गुड मॉर्निंग स्टूडेंट्स। ਅੱਜ ਆਪਾਂ ਬੁੱਕ ਸਾਹਿਤਿਕ ਰੰਗ ਦੇ ਵਿੱਚ ਕਰਤਾਰ ਸਿੰਘ ਸਰਾਭਾ ਜੀ ਦੀ ਜੀਵਨੀ ਪੜਾਂਗੇ ਜੋ ਕਿ ਲਿਖੀ ਹੋਈ ਹੈ ਡਾਕਟਰ ਹਰਬੰਸ ਸਿੰਘ ਚਾਵਲਾ ਨੇ। ਸਭ ਤੋਂ ਪਹਿਲਾਂ ਡਾਕਟਰ ਹਰਬੰਸ ਸਿੰਘ ਚਾਵਲਾ ਦੀ ਸ਼ਖਸੀਅਤ ਤੇ ਰਚਨਾ ਤੇ ਚਾਨਣਾ ਪਾਉਂਦੇ ਆ। ਸਿੱਖ ਇਤਿਹਾਸ ਅਤੇ ਬਾਲ ਸਾਹਿਤ ਲਿਖਣ ਵਾਲਿਆਂ ਦੋਹਾਂ ਹੀ ਖੇਤਰਾਂ ਦੇ ਵਿੱਚ ਸਿੱਖ ਇਤਿਹਾਸ ਤੇ ਦੂਸਰੇ ਪਾਸੇ ਬਾਲ ਇਤਿਹਾਸ ਹੁੰਦਾ ਬੱਚਿਆਂ ਦੇ ਬਾਰੇ। ਬਾਲ ਸਾਹਿਤ ਲਿਖਣ ਵਾਲਿਆਂ ਦੋਹਾਂ ਹੀ ਖੇਤਰਾਂ ਵਿੱਚ ਡਾਕਟਰ ਹਰਬੰਸ ਸਿੰਘ ਚਾਵਲਾ ਇੱਕ ਮਹੱਤਵਪੂਰਨ ਸਥਾਨ ਰੱਖਦੇ ਹਨ। ਆਪ ਦਾ ਜਨਮ 15 ਅਪ੍ਰੈਲ 1937 ਈਸਵੀ ਨੂੰ ਪਿੰਡ ਮੋਹਾਵਾ ਮੰਡੀ ਬਹਾਉਦੀਨ ਜ਼ਿਲ੍ਹਾ ਗੁਜਰਾਤ ਤਹਿਸੀਲ ਫਾਲੀਆ ਪਾਕਿਸਤਾਨ ਵਿੱਚ ਹੋਇਆ। ਆਪ ਜੀ ਦੇ ਮਾਤਾ ਦਾ ਨਾਮ ਮਾਇਆ ਦੇਵੀ ਅਤੇ ਪਿਤਾ ਜੀ ਦਾ ਨਾਮ ਮੂਲਾ ਸਿੰਘ ਸੀ। ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਤੋਂ ਬਤੌਰ ਇਤਿਹਾਸ ਦੇ ਪ੍ਰੋਫੈਸਰ, ਇਤਿਹਾਸ ਮਤਲਬ ਕਿ ਹਿਸਟਰੀ ਦੇ ਇਤਿਹਾਸ ਦੇ ਪ੍ਰੋਫੈਸਰ ਸੇਵਾ ਮੁਕਤ ਹੋਏ। ਉਹਨਾਂ ਵੱਲੋਂ ਦਰਜਨ ਤੋਂ ਵੱਧ ਪੁਸਤਕਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਤੇ 8 ਕਹਾਣੀ ਸੰਗ੍ਰਹਿ, 1 ਕਾਵ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਠੀਕ ਹੈ, ਇਹ ਸੀਗਾ ਉਹਨਾਂ ਦੀ ਸ਼ਖਸੀਅਤ ਤੇ ਰਚਨਾ ਜਿਨ੍ਹਾਂ ਨੇ ਜੀਵਨੀ ਲਿਖੀ ਆ ਕਰਤਾਰ ਸਿੰਘ ਸਰਾਭਾ ਦੀ। ਹੁਣ ਆਪਾਂ ਡਿਸਕਸ ਕਰਦੇ ਹਾਂ ਕਰਤਾਰ ਸਿੰਘ ਸਰਾਭਾ। ਸਭ ਤੋਂ ਪਹਿਲਾਂ ਨੋਟ ਕਰੋ ਕਰਤਾਰ ਸਿੰਘ ਸਰਾਭਾ ਜੀ ਦੇ ਪਿਤਾ ਦਾ ਨਾਮ ਮੰਗਲ ਸਿੰਘ। ਨਾਲ ਦੀ ਨਾਲ ਆਪਣੀ ਬੁੱਕ ਦੇ ਉੱਪਰ ਨੋਟ ਕਰਦੇ ਜਾਓ, ਪਿਤਾ ਲਿਖ ਕੇ ਇੱਕ ਸਾਈਡ ਤੇ, ਪਿਤਾ ਜੀ ਦਾ ਨਾਮ ਮੰਗਲ ਸਿੰਘ, ਮਾਤਾ ਜੀ ਦਾ ਨਾਮ ਸਾਹਿਬ ਕੌਰ, ਮਾਤਾ ਸਾਹਿਬ ਕੌਰ ਤੇ ਦਾਦਾ ਬਚਨ ਸਿੰਘ। ਆਪਣੀ ਬੁੱਕ ਦੇ ਵਿੱਚ ਬਦਨ ਸਿੰਘ ਲਿਖਿਆ ਆ ਲੇਕਿਨ ਬਦਨ ਨਹੀਂ ਬਚਨ ਸਿੰਘ ਹੈ, ਦਾਦਾ ਬਚਨ ਸਿੰਘ। ਸੋ ਕਰਤਾਰ ਸਿੰਘ ਸਰਾਭਾ 16 ਨਵੰਬਰ 1915 ਨੂੰ 16 ਨਵੰਬਰ 1915 ਨੂੰ ਜਦੋਂ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿੱਤੀ ਗਈ ਸੀ ਤਾਂ ਉਸ ਦੀ ਉਮਰ 19 ਸਾਲ ਤੇ ਕੁਝ ਮਹੀਨੇ ਸੀ। ਇਹ ਦੇਖੋ ਕਿ 19 ਸਾਲਾਂ ਦਾ ਜਿਹੜਾ, ਨਾ ਉਹਨੂੰ ਆਪਾਂ ਕੋਈ ਬੱਚਾ ਕਹਿ ਸਕਦੇ ਆ, ਨਾ ਉਹਨੂੰ ਆਪਾਂ ਕੋਈ ਵਡੇਰੀ ਉਮਰ ਦਾ ਆਦਮੀ ਕਹਿ ਸਕਦੇ ਆ। 19 ਸਾਲ ਤੇ ਕੁਝ ਕੁ ਮਹੀਨੇ ਸੀਗੇ। ਭਾਰਤ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਨੌਜਵਾਨਾਂ ਵਿੱਚੋਂ ਉਹ ਸਭ ਤੋਂ ਘੱਟ ਉਮਰ ਦਾ ਕ੍ਰਾਂਤੀਕਾਰੀ ਸੀ। ਭਗਤ ਸਿੰਘ ਦੀ ਉਮਰ ਸੀਗੀ 23 ਸਾਲ ਸੀਗੇ ਤੇ ਇਹਨਾਂ ਦੀ ਉਮਰ ਸੀ ਸਿਰਫ 19 ਸਾਲ ਤੇ ਕੁਝ ਕੁ ਮਹੀਨੇ। ਤੇ ਜਿੰਨੇ ਵੀ ਭਾਰਤ ਦੀ ਆਜ਼ਾਦੀ ਲਈ ਕ੍ਰਾਂਤੀਕਾਰੀ ਸ਼ਹੀਦ ਹੋਏ ਆ, ਸਭ ਤੋਂ ਘੱਟ ਉਮਰ ਦਾ ਸੀਗਾ ਕਰਤਾਰ ਸਿੰਘ ਸਰਾਭਾ। ਉਹ ਗਦਰ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਸੀਗਾ ਜਿਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਸ਼ਸਤਰ ਕ੍ਰਾਂਤੀ ਲਿਆ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਸੁਪਨਾ ਦੇਖਿਆ ਸੀ। ਇਹਨਾਂ ਨੇ ਕਿਹਾ ਸੀਗਾ ਕਿ ਗੱਲਾਂ ਬਾਤਾਂ ਦੇ ਨਾਲ ਸਾਨੂੰ ਕ੍ਰਾਂਤੀ ਨਹੀਂ ਮਿਲਣੀ ਹੈਗੀ, ਆਜ਼ਾਦੀ ਨਹੀਂ ਮਿਲਣੀ ਹੈਗੀ ਜਦ ਤੱਕ ਸ਼ਸਤਰ ਕ੍ਰਾਂਤੀ ਜਿਹੜੀ ਹੈਗੀ ਕਿ ਸ਼ਸਤਰਾਂ ਦੇ ਨਾਲ, ਹਥਿਆਰਾਂ ਦੀ ਸਹਾਇਤਾ ਦੇ ਨਾਲ ਸਾਨੂੰ ਦੇਸ਼ ਆਜ਼ਾਦ ਕਰਾਉਣਾ ਪਵੇਗਾ। ਇਹਨਾਂ ਦੀ ਇਹ ਸੋਚ ਸੀਗੀ। ਗਦਰ ਲਹਿਰ ਦਾ ਪ੍ਰਧਾਨ ਬਾਬਾ ਸੋਹਣ ਸਿੰਘ ਪਕਨਾ ਉਹਨਾਂ ਨੂੰ ਬਾਬਾ ਜਰਨੈਲ ਕਹਿ ਕੇ ਬੁਲਾਇਆ ਕਰਦਾ ਸੀਗਾ। ਇਸ ਨੂੰ ਬਾਬਾ ਜਰਨੈਲ ਕਹਿ ਕੇ ਬੁਲਾਉਂਦਾ ਸੀਗਾ। ਭਗਤ ਸਿੰਘ ਨੂੰ ਉਹ ਆਪਣਾ ਪ੍ਰੇਰਨਾ ਸਰੋਤ, ਆਪਣਾ ਗੁਰੂ, ਆਪਣਾ ਮਿੱਤਰ ਅਤੇ ਆਪਣਾ ਭਰਾ ਕਹਿ ਕੇ ਯਾਦ ਕਰਦਾ ਸੀਗਾ। ਜਦੋਂ ਭਗਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਰਤਾਰ ਸਿੰਘ ਦੀ ਤਸਵੀਰ ਉਸਦੀ ਜੇਬ ਵਿੱਚ ਸੀਗੀ। ਕਰਤਾਰ ਸਿੰਘ ਸਰਾਭਾ ਦੀ ਜਿਹੜੀ ਤਸਵੀਰ ਸੀਗੀ ਭਗਤ ਸਿੰਘ ਦੀ ਜੇਬ ਵਿੱਚ ਸੀਗੀ, ਜਿਸ ਨੂੰ ਉਹ ਹਮੇਸ਼ਾ ਆਪਣੇ ਕੋਲ ਰੱਖਦਾ ਹੁੰਦਾ ਸੀਗਾ। ਸੰਨ 1912 ਦੀ ਗੱਲ ਹੈ ਕਿ 15 ਕੁ ਸਾਲ ਦਾ ਇੱਕ ਨੌਜਵਾਨ ਭਾਰਤ ਤੋਂ ਚੱਲ ਕੇ ਅਮਰੀਕਾ ਦੀ ਬੰਦਰਗਾਹ ਤੇ ਪੁੱਜਾ। ਜਹਾਜ਼ ਦੇ ਹੋਰ ਮੁਸਾਫਰਾਂ ਨੂੰ ਉੱਤਰ ਜਾਣ ਦੀ ਤਾਂ ਆਗਿਆ ਮਿਲ ਗਈ, ਪਰ ਭਾਰਤ ਤੋਂ ਆਏ ਹਿੰਦੀਆਂ ਨੂੰ, ਮਤਲਬ ਕਿ ਹਿੰਦੀ ਲੋਕਾਂ ਨੂੰ ਰੋਕ ਦਿੱਤਾ ਗਿਆ ਕਿ ਇਹਨਾਂ ਨੂੰ ਜਹਾਜ਼ ਤੋਂ ਨਹੀਂ ਉਤਰਨ ਦਿੱਤਾ ਜਾਵੇਗਾ। ਇਹ ਉਹਨਾਂ ਵਿੱਚੋਂ ਇਹ ਨੌਜਵਾਨ ਵੀ ਸੀ ਜਿਹੜਾ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਅਮਰੀਕਾ ਵਰਗੇ ਦੇਸ਼ ਵਿੱਚ ਪਹੁੰਚਿਆ ਸੀਗਾ। ਇਮੀਗ੍ਰੇਸ਼ਨ ਅਧਿਕਾਰੀ ਨੇ ਜਹਾਜ਼ ਤੋਂ ਉਤਰਦਿਆਂ ਹੀ ਉਸਨੂੰ ਪੁੱਛਿਆ ਕਿ ਤੇਰਾ ਨਾਂ ਕੀ ਹੈ, ਤੇ ਉਸਨੇ ਅੱਗੋਂ ਜਵਾਬ ਦਿੱਤਾ ਕਰਤਾਰ ਸਿੰਘ ਸਰਾਭਾ। ਤੇ ਤੂੰ ਇੱਥੇ ਕੀ ਕਰਨ ਆਇਆ ਹੈ? ਮੈਂ ਇੱਥੇ ਵਿੱਦਿਆ ਪ੍ਰਾਪਤ ਕਰਨ ਲਈ ਆਇਆ ਹਾਂ। ਤੇ ਅਗਾਂਹ ਪੁੱਛਦਾ ਆ ਇਮੀਗ੍ਰੇਸ਼ਨ ਅਧਿਕਾਰੀ ਕਿ ਹਿੰਦੁਸਤਾਨ ਵਿੱਚ ਪੜ੍ਹਨ ਲਈ ਕੋਈ ਥਾਂ ਹੀ ਨਹੀਂ ਸੀਗੀ ਜਿਹੜਾ ਤੂੰ ਅਮਰੀਕਾ ਦੇ ਵਿੱਚ ਆਇਆ ਆ ਪੜ੍ਹਨ ਵਾਸਤੇ? ਹਿੰਦੁਸਤਾਨ ਦੇ ਵਿੱਚ ਕੋਈ ਐਸਾ ਕਾਲਜ, ਐਸੀ ਯੂਨੀਵਰਸਿਟੀ ਨਹੀਂ ਸੀਗੀ। ਤਾਂ ਕਰਤਾਰ ਸਿੰਘ ਸਰਾਭਾ ਨੇ ਜਵਾਬ ਦਿੱਤਾ ਕਿ ਹਿੰਦੁਸਤਾਨ ਵਿੱਚ ਯੂਨੀਵਰਸਿਟੀਆਂ ਤਾਂ ਬਹੁਤ ਹਨ, ਪਰ ਮੈਨੂੰ ਪਤਾ ਲੱਗਾ ਹੈ
ਕਿ ਅਮਰੀਕਾ ਵਿੱਚ ਵੀ ਬਹੁਤ ਚੰਗੀਆਂ ਯੂਨੀਵਰਸਿਟੀਆਂ ਹਨ ਜਿਨ੍ਹਾਂ ਵਿੱਚ ਕਈ ਦੇਸ਼ਾਂ ਦੇ ਵਿਦਿਆਰਥੀ ਆ ਕੇ ਪੜ੍ਹਦੇ ਹਨ ਤੇ ਮੈਂ ਵੀ ਇੱਥੇ ਪੜ੍ਹਨਾ ਚਾਹੁੰਦਾ ਹਾਂ ਤੇ ਕੁਝ ਬਣਨਾ ਚਾਹੁੰਦਾ ਹਾਂ। ਤੇ ਜੇ ਤੈਨੂੰ ਇੱਥੇ ਉਤਰਨ ਨਾ ਦਿੱਤਾ ਜਾਵੇ, ਅੱਗੇ ਫਿਰ ਅਧਿਕਾਰੀ ਉਹਨੂੰ ਕਹਿੰਦਾ ਆ ਕਿ ਜੇ ਤੈਨੂੰ ਇਸ ਜਹਾਜ਼ ਚੋਂ ਤੈਨੂੰ ਇੱਥੋਂ ਨਾ ਉਤਰਨ ਦਿੱਤਾ ਜਾਵੇ ਤੇ ਵਾਪਸ ਮੋੜ ਦਿੱਤਾ ਜਾਵੇ ਤਾਂ ਕੀ ਕਰੇਗਾ? ਬਦਲੇ ਵਿੱਚ ਉਸਨੇ ਜਵਾਬ ਦਿੱਤਾ ਕਿ ਅਮਰੀਕਾ ਵਰਗੇ ਆਜ਼ਾਦ ਦੇਸ਼ ਵਿੱਚ ਵੀ ਜੇ ਵਿਦਿਆਰਥੀਆਂ ਨੂੰ ਰੋਕਾਂ ਪਾਈਆਂ ਜਾਂਦੀਆਂ ਆ, ਕਿ ਅਮਰੀਕਾ ਨੂੰ ਇੱਕ ਆਜ਼ਾਦ ਕੰਟਰੀ ਜਿਹੜੀ ਆ ਮੰਨੀ ਗਈ ਆ, ਜੇ ਇੱਥੇ ਵੀ ਵਿਦਿਆਰਥੀਆਂ ਨੂੰ ਪੜ੍ਹਨ ਦੇ ਵਾਸਤੇ ਰੁਕਾਵਟਾਂ ਪਾਈਆਂ ਜਾਂਦੀਆਂ, ਰੋਕਿਆ ਜਾਂਦਾ ਆ, ਤਾਂ ਸੰਸਾਰ ਦੀ ਉੱਨਤੀ ਕਿਵੇਂ ਹੋਵੇਗੀ? ਸੰਸਾਰ ਕਿੱਦਾਂ ਤਰੱਕੀ ਕਰੇਗਾ? ਮੇਰੀ ਬੇਨਤੀ ਹੈ ਕਿ ਮੈਨੂੰ ਨਾ ਰੋਕਿਆ ਜਾਵੇ। ਕੀ ਪਤਾ ਮੈਂ ਇੱਥੋਂ ਵਿੱਦਿਆ ਪ੍ਰਾਪਤ ਕਰਕੇ ਸੰਸਾਰ ਦੇ ਭਲੇ ਦਾ ਕੋਈ ਮਹਾਨ ਕੰਮ ਕਰ ਸਕਾਂ, ਜਿਸ ਨਾਲ ਹਿੰਦੁਸਤਾਨ ਹੀ ਨਹੀਂ ਅਮਰੀਕਾ ਦੀ ਵੀ ਇੱਜ਼ਤ ਵਧੇ। ਏਦਾਂ ਉਸਨੇ ਆਪਣੇ ਥੋੜੇ ਜਿਹੇ ਸ਼ਬਦਾਂ ਦੇ ਨਾਲ ਉਸ ਅਧਿਕਾਰੀ ਨੂੰ ਜਵਾਬ ਦਿੱਤਾ। ਇਹ ਸੁਣ ਕੇ ਇਮੀਗ੍ਰੇਸ਼ਨ ਅਧਿਕਾਰੀ ਖੁਸ਼ ਹੋ ਗਿਆ ਤੇ ਉਸਨੇ ਸਰਾਭਾ ਨੂੰ ਸਨ ਫਰਾਂਸਿਸਕੋ ਉਤਰਨ ਦੀ ਆਗਿਆ ਦਿੱਤੀ ਗਈ। ਤੇ ਅੱਗੇ ਆਪਾਂ ਜਰਾ ਗੱਲ ਕਰਦੇ ਹਾਂ ਉਹਨਾਂ ਦੇ ਜਨਮ ਦੇ ਬਾਰੇ। ਕਰਤਾਰ ਸਿੰਘ ਸਰਾਭਾ ਦਾ ਜਨਮ ਪਿੰਡ ਸਰਾਭਾ, ਉਹਦੇ ਨਾਂ ਦੇ ਪਿੱਛੇ ਸਰਾਭਾ ਇਸ ਕਰਕੇ ਲੱਗਿਆ ਕਿਉਂਕਿ ਉਹਦੇ ਪਿੰਡ ਦਾ ਨਾਮ ਸਰਾਭਾ ਸੀਗਾ। ਸਰਾਭਾ ਜ਼ਿਲ੍ਹਾ ਲੁਧਿਆਣਾ ਵਿੱਚ ਮੰਗਲ ਸਿੰਘ ਦੇ ਘਰ 24 ਮਈ 1896 ਵਿੱਚ ਹੋਇਆ। ਇਹਨੂੰ ਅੰਡਰਲਾਈਨ ਕਰ ਲੈਣਾ ਆ। ਉਹ ਰੱਜੇ ਪੁੱਜੇ ਕਿਸਾਨ ਸਨ, ਠੀਕ ਹੈ। ਜਿਹੜੇ ਉਹਦੇ ਦਾਦੇ ਪੜਦਾਦੇ ਸੀਗੇ ਉਹ ਕਿਸਾਨ ਸਨ। ਪਿੰਡ ਵਿੱਚ ਉਹਨਾਂ ਦੀ ਚੋਖੀ ਜ਼ਮੀਨ ਸੀ, ਚੋਖੀ ਹੁੰਦੀ ਬਹੁਤ ਸਾਰੀ, ਚੋਖੀ ਜ਼ਮੀਨ ਵੀ ਸੀਗੀ। ਕਰਤਾਰ ਸਿੰਘ ਅਜੇ ਬੱਚਾ ਹੀ ਸੀ ਕਿ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਸਰਾਭਾ ਦਾ ਪਾਲਣ ਪੋਸ਼ਣ ਆਪ ਦੇ ਦਾਦਾ ਬਚਨ ਸਿੰਘ ਨੇ ਕੀਤਾ ਤੇ ਉਹਨਾਂ ਦੀ ਇਹ ਰੀਝ ਸੀ ਕਿ ਸਰਾਭਾ ਵੱਡਾ ਹੋ ਕੇ ਕੋਈ ਸਰਕਾਰੀ ਅਫਸਰ ਬਣੇ। ਹਰੇਕ ਮਾਂ-ਬਾਪ ਦੀ ਕੋਈ ਨਾ ਕੋਈ ਆਪਣੇ ਬੱਚਿਆਂ ਦੇ ਪ੍ਰਤੀ ਇਹ ਇੱਛਾ ਹੁੰਦੀ ਆ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਇੱਕ ਨੇਕ ਇਨਸਾਨ ਤਾਂ ਬਣੇ ਤੇ ਨਾਲ ਦੀ ਹੀ ਨਾਲ ਕਿਸੇ ਉੱਚੇ ਅਹੁਦੇ ਤੇ ਵੀ ਲੱਗੇ। ਕਰਤਾਰ ਸਿੰਘ ਸਰਾਭਾ ਦੀ ਇੱਕ ਛੋਟੀ ਭੈਣ ਵੀ ਸੀ ਜਿਸ ਦਾ ਨਾਮ ਸੀਗਾ ਧਨ ਕੌਰ। ਕਰਤਾਰ ਸਿੰਘ ਦਾ ਬਚਪਨ ਬੜੇ ਲਾਡ ਪਿਆਰ ਨਾਲ ਬੀਤਿਆ। 5 ਕੁ ਸਾਲ ਦੀ ਉਮਰ ਵਿੱਚ ਉਸ ਨੂੰ ਸਰਾਭੇ ਪਿੰਡ ਦੇ ਵਿੱਚ ਹੀ, ਜਿੱਥੇ ਉਹਦਾ ਜਨਮ ਸੀਗਾ, ਸਰਾਭੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਉਸ ਤੋਂ ਬਾਅਦ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਵਿੱਚ ਦਾਖਲਾ ਲਿਆ। ਇੱਥੋਂ ਉਸਨੇ ਮਿਡਲ ਪਾਸ ਕੀਤੀ, 8ਵੀਂ ਜਮਾਤ ਦੀ ਵਿੱਦਿਆ ਮਿਡਲ ਪਾਸ ਕੀਤੀ ਤੇ ਫਿਰ ਮਿਸ਼ਨ ਹਾਈ ਸਕੂਲ ਦੇ ਵਿੱਚ ਦਾਖਲਾ ਲੈ ਲਿਆ। ਇੱਥੇ ਪੜ੍ਹਾਈ ਵਿੱਚ ਦਿਲ ਨਾ ਲੱਗਣ ਕਾਰਨ ਕਰਕੇ ਉਹ 9ਵੀਂ ਜਮਾਤ ਦੀ ਪੜ੍ਹਾਈ ਵਿਚਕਾਰ ਹੀ ਛੱਡ ਕੇ ਆਪਣੇ ਚਾਚਾ ਜੀ ਕੋਲ ਉੜੀਸਾ ਚਲਾ ਗਿਆ। ਉੜੀਸਾ ਵਿੱਚ ਰਹਿੰਦਿਆਂ ਉਸਨੇ 10ਵੀਂ ਪਾਸ ਕੀਤੀ। ਇਹਨਾਂ ਦਿਨਾਂ ਵਿੱਚ ਹੀ ਬੰਗਾਲ ਅਤੇ ਉੜੀਸਾ ਵਿੱਚ ਆਜ਼ਾਦੀ ਸੰਬੰਧੀ ਜਾਗਰਤੀ ਪੈਦਾ ਹੋ ਰਹੀ ਸੀ। ਉਸਨੇ ਅੰਗਰੇਜ਼ੀ ਅਖਬਾਰਾਂ ਰਾਹੀਂ ਦੇਸ਼ ਵਿਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਵੀ ਪੜ੍ਹਿਆ। ਉਸਨੇ ਪਹਿਲੀ ਵਾਰ ਇਹ ਮਹਿਸੂਸ ਕੀਤਾ ਕਿ ਅੰਗਰੇਜ਼ੀ ਸਾਮਰਾਜ ਕਿਸ ਬੇਦਰਦੀ ਨਾਲ ਭਾਰਤ ਵਾਸੀਆਂ ਦਾ ਲਹੂ ਚੂਸ ਰਿਹਾ ਆ। ਇੱਥੇ ਉਸਨੂੰ ਅਗਾਂਹ-ਵਧੂ ਸਾਹਿਤ, ਇਤਿਹਾਸ ਅਤੇ ਰਾਜਨੀਤੀ ਨਾਲ ਸੰਬੰਧਿਤ ਕੁਝ ਪੁਸਤਕਾਂ ਪੜ੍ਹਨ ਦਾ ਮੌਕਾ ਵੀ ਮਿਲਿਆ। ਉਹ ਬੜਾ ਸਮਝਦਾਰ ਸੀ ਤੇ ਤੀਖਣ ਬੁੱਧੀ ਵਾਲਾ ਵਿਦਿਆਰਥੀ ਸੀ। ਤੀਖਣ ਬੁੱਧੀ, ਸ਼ਾਰਪ ਮਾਈਂਡਡ, ਤੀਖਣ ਬੁੱਧੀ ਵਾਲਾ ਵਿਦਿਆਰਥੀ ਸੀ। ਉਸਨੇ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਨਾਲ-ਨਾਲ ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਵਿੱਚ ਵੀ ਚੰਗੀ ਮੁਹਾਰਤ ਹਾਸਲ ਕਰ ਲਈ ਸੀਗੀ। ਸਾਰੀਆਂ ਭਾਸ਼ਾਵਾਂ ਉਸਨੂੰ ਆਉਂਦੀਆਂ ਸੀਗੀਆਂ। ਉਸਨੂੰ ਫੁੱਟਬਾਲ ਅਤੇ ਕ੍ਰਿਕਟ ਖੇਡਣ ਦਾ ਵੀ ਬੜਾ ਸ਼ੌਂਕ ਸੀਗਾ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕ੍ਰਾਂਤੀਕਾਰੀ ਸੋਚ ਰੱਖਣ ਵਾਲਿਆਂ ਦੀ ਇੱਕ ਨਵੀਂ ਸੰਸਥਾ ਬਣ ਗਈ ਸੀ। ਇਸ ਦਾ ਨਾਮ ਸੀ ਦ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ, ਕਿ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ, ਉਹ ਜਿਹੜੇ ਕ੍ਰਾਂਤੀਕਾਰੀ ਸੀ, ਉਹਨਾਂ ਨੇ ਇੱਕ ਆਪਣੀ ਸੰਸਥਾ ਬਣਾ ਲਈ ਸੀ ਜਿਸ ਦਾ ਨਾਮ ਰੱਖਿਆ ਗਿਆ ਦ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ। ਸਰਾਭਾ ਨੂੰ ਉਸਦੀ ਛੋਟੀ ਉਮਰ ਕਰਕੇ ਪਾਰਟੀ ਦਾ ਕੋਈ ਵੀ ਅਹੁਦਾ ਨਾ ਦਿੱਤਾ ਗਿਆ, ਪਰ 1 ਨਵੰਬਰ 1913 ਨੂੰ ਜਦੋਂ ਗਦਰ ਪਰਚੇ ਦਾ ਪ੍ਰਕਾਸ਼ਨ ਹੋਇਆ ਤਾਂ ਸਾਰੀ ਜ਼ਿੰਮੇਵਾਰੀ ਕਰਤਾਰ ਸਿੰਘ ਸਰਾਭਾ ਨੂੰ ਸੌਂਪੀ ਗਈ। ਗਦਰ ਨਾਮ ਸੀਗਾ ਕਿ ਜਦੋਂ ਕ੍ਰਾਂਤੀਕਾਰੀਆਂ ਨੇ ਇਕੱਠੇ ਹੋ ਕੇ ਇੱਕ ਆਪਣੀ ਸੰਸਥਾ, ਜਿਹੜਾ ਨਾਮ ਲਿਖਿਆ ਨਾ ਦਾ ਹਿੰਦੀ ਐਸੋਸੀਏਸ਼ਨ ਪੈਸੀਫਿਕ ਕੋਸਟ, ਇਹਦਾ ਨਾਮ ਬਦਲ ਕੇ ਬਾਅਦ ਵਿੱਚ ਗਦਰ ਪਾਰਟੀ ਰੱਖਿਆ ਗਿਆ ਸੀਗਾ। ਪਹਿਲਾਂ ਇਹ ਨਾਮ ਸੀਗਾ
ਤੇ ਜਦੋਂ ਸਾਰੀ ਜਦੋਂ ਉਹਦੇ ਪਰਚੇ ਉਹਦੇ ਪੇਪਰ ਛਪਣੇ ਸ਼ੁਰੂ ਹੋ ਗਏ ਤਾਂ ਸਾਰੀ ਜ਼ਿੰਮੇਵਾਰੀ ਕਰਤਾਰ ਸਿੰਘ ਸਰਾਭਾ ਦੀ ਸੀਗੀ। ਇਸ ਪਰਚੇ ਦੇ ਨਾਂ ਤੇ ਹੀ ਹਿੰਦੀ ਐਸੋਸੀਏਸ਼ਨ ਪੈਸੀਫਿਕ ਕੋਸਟ ਦਾ ਨਾਮ ਬਦਲ ਕੇ ਗਦਰ ਲਹਿਰ ਪ੍ਰਸਿੱਧ ਹੋ ਗਿਆ। ਸਰਾਭਾ ਕਰਤਾਰ ਸਿੰਘ ਸਰਾਭਾ ਗਦਰ ਲਈ ਬੜੀਆਂ ਜੋਸ਼ੀਲੀਆਂ ਕਵਿਤਾਵਾਂ ਲਿਖਿਆ ਕਰਦਾ ਸੀ। ਗਦਰ ਦਾ ਅਰਥ ਸੀਗਾ ਭਾਰਤ ਦੀ ਆਜ਼ਾਦੀ ਲਈ ਸੰਘਰਸ਼, ਉਸ ਪਾਰਟੀ ਦਾ ਨਾਮ ਸੀਗਾ। ਬੜੀਆਂ ਜੋਸ਼ੀਲੀਆਂ ਕਵਿਤਾਵਾਂ ਲਿਖਿਆ ਕਰਦਾ ਸੀਗਾ। ਜਦੋਂ ਪਰਚੇ ਦੀਆਂ ਕਾਪੀਆਂ ਆਪਣੇ ਸਾਈਕਲ ਤੇ ਰੱਖ ਕੇ ਉਹ ਘਰਿਓ ਘਰੀ ਵੰਡਣ ਜਾਂਦਾ ਸੀ ਤਾਂ ਉਸਦੇ ਬੁੱਲਾਂ ਤੇ ਅਕਸਰ ਇਹ ਪੰਕਤੀਆਂ ਹੋਇਆ ਕਰਦੀਆਂ ਸਨ। ਕਵਿਤਾਵਾਂ ਲਿਖੀਆਂ ਹੁੰਦੀਆਂ ਸੀਗੀਆਂ, ਕੋਈ ਜੋਸ਼ੀਲਾ ਭਾਸ਼ਣ ਜਿਹੜਾ ਸੀ ਲਿਖਿਆ ਸੀਗਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਆਪਣੇ ਨਾਲ ਰਲਾਇਆ ਜਾ ਸਕੇ ਤਾਂ ਕਿ ਭਾਰਤ ਨੂੰ ਆਜ਼ਾਦ ਕੀਤਾ ਜਾ ਸਕੇ। ਜਦੋਂ ਉਹ ਜਿਹੜੇ ਪਰਚੇ ਛਪ ਜਾਂਦੇ ਸੀਗੇ, ਉਹਦੀਆਂ ਕਾਪੀਆਂ ਜਿਹੜੀਆਂ ਸੀਗੀਆਂ ਜ਼ੈਰੋਕਸ ਕਾਪੀਜ਼ ਜਦੋਂ ਵੰਡਣ ਜਾਂਦਾ ਸੀਗਾ, ਹਮੇਸ਼ਾ ਇਹੀ ਪੰਕਤੀਆਂ ਗੁਣਗੁਣਾਉਂਦਾ ਹੁੰਦਾ ਸੀਗਾ ਕਿ ਸੇਵਾ ਦੇਸ਼ ਦੀ ਜ਼ਿੰਦਗੀ ਬੜੀ ਔਖੀ, ਕਿ ਦੇਸ਼ ਦੀ ਸੇਵਾ ਕਰਨੀ ਸਭ ਤੋਂ ਔਖਾ ਕੰਮ ਆ। ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ, ਗੱਲਾਂ ਕਰਨੀਆਂ ਬਹੁਤ ਸੌਖੀਆਂ ਆ ਕਿ ਮੈਂ ਆਪਣੇ ਦੇਸ਼ ਲਈ ਆਹ ਕਰ ਲੂੰਗਾ, ਮੈਂ ਆਹ ਕਰ ਲੂੰਗਾ, ਲੇਕਿਨ ਹਕੀਕਤ ਉਹ ਆ ਜਦੋਂ ਅਸੀਂ ਆਪਣੇ ਦੇਸ਼ ਲਈ ਕੁਝ ਕਰਦੇ ਹਾਂ। ਗੱਲਾਂ ਕਰਨੀਆਂ ਤਾਂ ਕਹਿੰਦਾ ਬਹੁਤ ਸੌਖੀਆਂ ਆ, ਲੇਕਿਨ ਦੇਸ਼ ਦੀ ਸੇਵਾ ਕਰਨੀ ਸਭ ਤੋਂ ਔਖੀ ਆ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਦੇ ਕਰਨ ਦੇ ਵਿੱਚ ਆਪਣੇ ਸਿਰ ਤੇ ਸਿਹਰਾ ਬੰਨ ਲਿਆ ਆ, ਇਹ ਮੋਹਰਾ ਚੱਕ ਲਿਆ ਕਿ ਮੈਂ ਦੇਸ਼ ਦੀ ਸੇਵਾ ਕਰਨੀ ਆ, ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਤੇ ਉਹਨਾਂ ਨੂੰ ਪਤਾ ਨਹੀਂ ਆਪਣੇ ਉੱਪਰ ਕਿੰਨੀਆਂ ਮੁਸੀਬਤਾਂ ਚੱਲਣੀਆਂ ਪਈਆਂ। ਇਹ ਕਵਿਤਾ ਦੀਆਂ ਸਤਰਾਂ ਉਹ ਹਮੇਸ਼ਾ ਬੋਲਦਾ ਹੁੰਦਾ ਸੀ, ਆਪਣੇ ਮੂੰਹ ਦੇ ਵਿੱਚ ਗੁਣਗੁਣਾਉਂਦਾ ਹੁੰਦਾ ਸੀਗਾ ਕਿ ਸੇਵਾ ਦੇਸ਼ ਦੀ ਜ਼ਿੰਦਗੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਨੈਕਸਟ ਹੈ 63 ਪੇਜ ਨੰਬਰ ਦੇ ਉੱਪਰ, ਜਦੋਂ ਇਹ ਨੌਜਵਾਨ ਕ੍ਰਾਂਤੀਕਾਰੀ ਦੇਸ਼ ਨੂੰ ਆਜ਼ਾਦ ਕਰਾਉਣ ਦੇ ਆਪਣੇ ਮਿਸ਼ਨ ਦੀ ਪੂਰਤੀ ਵਿੱਚ ਲੱਗ ਗਿਆ। ਹੁਣ ਇਹਨੇ ਆਪਣੇ ਦਿਲੋਂ, ਆਪਣੇ ਮਨ ਤੋਂ ਇਹਨੇ ਸੋਚ ਲਿਆ ਸੀਗਾ ਕਿ ਮੈਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣਾ ਆ। ਉਸ ਮਿਸ਼ਨ ਦੇ ਵਿੱਚ ਲੱਗ ਗਿਆ ਤਾਂ ਉਦੋਂ ਇਹਦੀ ਉਮਰ ਕੇਵਲ 18 ਸਾਲਾਂ ਦੀ ਸੀਗੀ। ਉਹਦਾ ਨਿੱਤ ਦਾ ਪ੍ਰੋਗਰਾਮ ਇਸ ਤਰ੍ਹਾਂ ਦਾ ਸੀ ਕਿ ਉਹ ਪਿੰਡ ਵਿੱਚ ਜਾਂਦਾ ਸੀ, ਲੋਕਾਂ ਨੂੰ ਮਿਲਦਾ ਸੀ, ਉਹਨਾਂ ਵਿੱਚ ਗਦਰ ਦਾ ਪ੍ਰਚਾਰ ਕਰਦਾ ਸੀ। ਗਦਰ ਦਾ ਭਾਵ ਸੀਗਾ ਆਜ਼ਾਦੀ ਦੀ ਲੜਾਈ, ਉਹਦਾ ਪ੍ਰਚਾਰ ਕਰਦਾ ਸੀ ਤੇ ਲੋਕਾਂ ਨੂੰ ਅੰਗਰੇਜ਼ਾਂ ਦੇ ਵਿਰੁੱਧ ਤਿਆਰ ਹੋ ਜਾਣ ਲਈ ਵੀ ਪ੍ਰੇਰਦਾ ਸੀ, ਮੋਟੀਵੇਟ ਕਰਦਾ ਸੀਗਾ। ਕਰਤਾਰ ਸਿੰਘ ਸਰਾਭਾ ਉਸ ਸਮੇਂ ਗਦਰ ਲਹਿਰ ਦੀ ਅਗਵਾਈ ਕਰ ਰਿਹਾ ਸੀ। ਉਹ ਫੌਜੀ ਛਾਉਣੀਆਂ ਤੇ ਹਮਲਾ ਕਰਕੇ, ਫੌਜੀ ਛਾਉਣੀਆਂ ਜਿਹੜੀ ਅੰਗਰੇਜ਼ਾਂ ਦੀ ਸੈਨਾ ਸੀਗੀ, ਉਹਨਾਂ ਦੇ ਉੱਪਰ ਜਿੱਥੇ ਬਾਰੂਦ ਰੱਖਿਆ ਹੁੰਦਾ ਆ ਉਹਨਾਂ ਦੇ ਉੱਪਰ ਹਮਲਾ ਕਰਕੇ ਉਹ ਸਾਰਾ ਬਾਰੂਦ ਜਿਹੜਾ ਸੀਗਾ ਜ਼ਬਤ ਕਰ ਲੈਣਾ ਚਾਹੁੰਦਾ ਸੀਗਾ ਤੇ ਹਮਲੇ ਉੱਥੇ ਕਰਕੇ ਕੁਝ ਹਥਿਆਰ ਪ੍ਰਾਪਤ ਕਰਨਾ ਚਾਹੁੰਦਾ ਸੀ। ਇਸ ਕੰਮ ਲਈ ਪਾਰਟੀ ਦੇ ਜ਼ਿੰਮੇਵਾਰ ਮੈਂਬਰਾਂ ਨੂੰ ਵੱਖ-ਵੱਖ ਛਾਉਣੀਆਂ ਦਾ ਜਾਇਜ਼ਾ ਲੈਣ ਲਈ ਨਿਯੁਕਤ ਕੀਤਾ ਗਿਆ। ਉਹਨਾਂ ਨੇ ਪੂਰੀ ਪਾਰਟੀ ਦੇ ਮੈਂਬਰ ਜਿਹੜੇ ਸੀਗੇ ਉਹਨੇ ਪਲਾਨ ਕਰ ਲਿਆ ਸੀ ਕਿ ਕਿਹੜੇ ਮੈਂਬਰ ਦੀ ਡਿਊਟੀ ਕਿੱਥੇ ਲੱਗੀ ਹੋਈ ਆ। ਇਹਨਾਂ ਸਾਰਿਆਂ ਵਿੱਚ ਤਾਲਮੇਲ ਬਣਾਈ ਰੱਖਣ ਦੀ ਜ਼ਿੰਮੇਵਾਰੀ ਕਰਤਾਰ ਸਿੰਘ ਸਰਾਭਾ ਦੀ ਸੀ, ਜਿਸ ਨੂੰ ਨਾ ਸਮੇਂ ਸਿਰ ਖਾਣ ਦੀ ਵੇਲ ਸੀ ਤੇ ਨਾ ਆਰਾਮ ਕਰਨ ਦੀ ਵੇਲ ਸੀ। ਉਸ ਦੇ ਦਿਲੋਂ ਦਿਮਾਗ ਤੇ ਬਸ ਇੱਕੋ ਹੀ ਵਿਚਾਰ ਛਾਇਆ ਹੋਇਆ ਸੀ ਕਿ ਆਪਣੇ ਗੁਲਾਮ ਦੇਸ਼ ਨੂੰ ਕਿਸ ਤਰ੍ਹਾਂ ਆਜ਼ਾਦ ਕਰਵਾਇਆ ਜਾ ਸਕੇ। ਹੁਣ ਉਹ ਦਿਨ ਆ ਗਿਆ ਸੀਗਾ ਗਦਰ ਲਹਿਰ ਸ਼ੁਰੂ ਕਰਨ ਦਾ। ਪਹਿਲਾਂ ਤਾਂ ਪਲੈਨਿੰਗਾਂ ਚੱਲਦੀਆਂ ਸੀਗੀਆਂ, ਅੱਜ ਹੁਣ ਸੀਗਾ ਕਿ ਉਸ ਦਿਨ ਨੂੰ ਅੰਜਾਮ ਦੇਣ ਦਾ। ਉਹ ਜਿਹੜੀਆਂ ਪਲੈਨਿੰਗ ਕੀਤੀਆਂ ਸੀ, ਯੋਜਨਾਵਾਂ ਬਣਾਈਆਂ ਸੀ, ਉਹਨੂੰ ਅਸਲੀ ਰੂਪ ਦੇਣ ਦਾ ਦਿਨ ਆ ਗਿਆ ਸੀ। ਇਹ ਲਹਿਰ ਦੀ ਸ਼ੁਰੂਆਤ ਹੋਣੀ ਸੀ 21 ਫਰਵਰੀ 1915 ਦਾ ਦਿਨ ਨਿਸ਼ਚਿਤ ਕਰ ਲਿਆ ਸੀ ਕਿ ਇਸ ਦਿਨ ਨੂੰ ਅਸੀਂ ਇਸ ਫੌਜੀ ਛਾਉਣੀਆਂ ਆ ਉੱਥੇ ਹਮਲਾ ਕਰਨਾ ਆ, ਉੱਥੇ ਹਮਲਾ ਕਰਕੇ ਅਸੀਂ ਉੱਥੋਂ ਦਾ ਬਾਰੂਦ ਜਿਹੜਾ ਹੈਗਾ ਆ ਹਥਿਆਰ ਚੁੱਕਣੇ ਆ। ਤੇ ਇਹਦੇ ਵਾਸਤੇ ਗਦਰ ਕਰਨ ਵਾਸਤੇ ਮੇਰਠ, ਫਿਰੋਜ਼ਪੁਰ ਅਤੇ ਮੀਆਂ ਮੀਰ, ਲਾਹੌਰ ਤੋਂ ਸ਼ੁਰੂ ਹੋਣਾ ਸੀ ਇਹ ਗਦਰ। ਸਰਾਭਾ ਨੇ ਫਿਰੋਜ਼ਪੁਰ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਨੇ ਮੇਰਠ ਦੀ ਕਾਰਵਾਈ ਵਿੱਚ ਹਿੱਸਾ ਲੈਣਾ ਸੀ। ਇਹਨਾਂ ਨੂੰ ਸ਼ਹਿਰ, ਏਰੀਏ, ਇਲਾਕੇ ਵੰਡ ਦਿੱਤੇ ਗਏ ਸੀਗੇ ਤੇ ਸਰਾਭਾ ਨੇ ਫਿਰੋਜ਼ਪੁਰ ਤੇ ਵਿਸ਼ਨੂੰ ਗਣੇਸ਼ ਪਿੰਗਲੇ ਨੇ ਮੇਰਠ ਦੀ ਕਾਰਵਾਈ ਵਿੱਚ ਹਿੱਸਾ ਲੈਣਾ ਸੀ। ਗਦਰ ਦੇ ਕੁਝ ਹੋਰ ਪ੍ਰਮੁੱਖ ਨੇਤਾਵਾਂ ਨੇ 20 ਫਰਵਰੀ 1915 ਨੂੰ ਲੋਪੋਕੋ ਦੇ ਪੁਲਿਸ ਸਟੇਸ਼ਨ ਤੇ ਹਮਲਾ ਬੋਲ ਕੇ 21 ਫਰਵਰੀ 1915 ਨੂੰ ਲਾਹੌਰ ਪਹੁੰਚਣਾ ਸੀਗਾ। ਮਤਲਬ ਕਿ ਇਹ ਪਲੈਨਿੰਗ ਜਿਹੜੀ ਸੀ ਕੁਝ ਕੁ ਮੈਂਬਰਾਂ ਦੇ ਵਿੱਚ ਸੀਗੇ ਜਿਹੜੇ ਇਹਨਾਂ ਦੇ ਖਾਸ ਮੈਂਬਰ ਸੀਗੇ। ਪਰ ਇਸ ਤੋਂ ਪਹਿਲਾਂ ਕਿ ਗਦਰ ਦੀਆਂ ਇਹ ਯੋਜਨਾਵਾਂ ਅਸਲੀ ਜਾਮਾਂ ਪਹਿਨ ਸਕਦੀਆਂ, ਇਹਨੂੰ ਉਹ ਅਸਲੀ ਰੂਪ ਦਿੰਦੇ ਤੇ ਪਾਰਟੀ ਦਾ ਹੀ ਇੱਕ ਮੈਂਬਰ ਸੀਗਾ
ਦੇਸ਼ ਧਰੋਹ ਇਹਨਾਂ ਦੀ ਪਾਰਟੀ ਦੇ ਵਿੱਚ ਹੀ ਸੀਗਾ। ਗੱਲਾਂ ਉਹ ਇਹਨਾਂ ਦੀਆਂ ਕਰਦਾ ਸੀ, ਸੁਣਦਾ ਸੀ, ਸਾਰੀ ਪਲੈਨਿੰਗ ਜਾ ਕੇ ਪੁਲਿਸ ਨੂੰ, ਅੰਗਰੇਜ਼ੀ ਜਿਹੜੀ ਸੈਨਾ ਆ ਅਫਸਰ, ਉਹਨਾਂ ਨੂੰ ਜਾ ਕੇ ਸਾਰੀ ਜਾਣਕਾਰੀ ਦੇ ਦਿੰਦਾ ਸੀ। ਪਰ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਉਹ ਦੇਸ਼ ਧਰੋਹੀ ਕਿਹੜਾ ਆ। ਉਹ ਸੀਗਾ ਕਿਰਪਾਲ ਸਿੰਘ। ਕਿਰਪਾਲ ਸਿੰਘ ਜਿਹੜਾ ਇੱਕ ਵਿਅਕਤੀ ਸੀਗਾ, ਇਹਨਾਂ ਦੀ ਟੀਮ ਦਾ ਹੀ ਮੈਂਬਰ ਸੀਗਾ, ਪਰ ਉਹ ਸਾਰੀ ਯੋਜਨਾ ਜਿਹੜੀ ਸੀਗੀ, ਜਿੰਨੇ ਪਲੈਨਿੰਗ ਕਰ ਲੈਂਦੇ ਸੀਗੇ, ਅੰਗਰੇਜ਼ੀ ਅਧਿਕਾਰੀਆਂ ਤੱਕ ਪਹੁੰਚਾ ਦਿੰਦਾ ਸੀਗਾ। ਉਸ ਨੂੰ ਪਾਰਟੀ ਵਿੱਚ ਸ਼ਾਮਿਲ ਹੋਏ ਹਜੇ ਕੁਝ ਕੁ ਦਿਨ ਹੋਏ ਸੀਗੇ। ਗਦਰ ਪਾਰਟੀ ਦੇ ਮੈਂਬਰਾਂ ਨੂੰ ਪਤਾ ਲੱਗ ਗਿਆ ਸੀ ਕਿ ਉਹਨਾਂ ਦੁਆਰਾ ਮਿੱਥੀ ਤਾਰੀਖ ਦਾ ਕਿਸੇ ਤਰ੍ਹਾਂ ਸਰਕਾਰ ਨੂੰ ਪਤਾ ਲੱਗ ਗਿਆ ਸੀ। ਹੁਣ ਉਹ ਵੀ ਬੜੇ ਚੌਕੰਨੇ ਸੀਗੇ, ਉਹਨਾਂ ਨੂੰ ਕਿਸੇ ਤਰੀਕੇ, ਹੋਰ ਤਰੀਕੇ ਦੇ ਨਾਲ ਜਾਣਕਾਰੀ ਹੋ ਗਈ ਵੀ ਜੋ ਅਸੀਂ ਪਲੈਨਿੰਗ ਕੀਤੀ ਆ ਕਿ ਅੱਜ ਅਸੀਂ ਇੱਥੇ ਹਮਲਾ ਕਰਨਾ ਆ, ਉਹਦੀ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਅੰਗਰੇਜ਼ੀ ਅਫਸਰਾਂ ਨੂੰ ਮਿਲ ਚੁੱਕੀ ਆ। ਉਹਨਾਂ ਨੇ ਹੁਣ 21 ਫਰਵਰੀ 1915 ਦੀ ਥਾਂ ਤੇ 19 ਫਰਵਰੀ ਨੂੰ ਗਦਰ ਕਰਨ ਦੇ ਆਦੇਸ਼ ਵਰਕਰਾਂ ਨੂੰ ਭੇਜ ਦਿੱਤੇ। ਇਹ ਸੂਚਨਾ ਵੀ ਕਿਰਪਾਲ ਸਿੰਘ ਨੇ ਜਾ ਕੇ ਉਹਨਾਂ ਅਧਿਕਾਰੀਆਂ ਤੱਕ ਦੇ ਦਿੱਤੀ ਸੀ ਵੀ ਉਹਨੇ ਦਿਨ ਬਦਲ ਦਿੱਤਾ ਆ ਹੁਣ, ਠੀਕ ਹੈ। 21 ਜਿਹੜੀ ਹੋਣੀ ਸੀਗੀ ਉਹਨਾਂ ਦੀ 21 ਫਰਵਰੀ ਤੋਂ ਉਹਨਾਂ ਨੇ ਕੀ ਕੀਤਾ, 19 ਫਰਵਰੀ ਪਹਿਲਾਂ, ਮਤਲਬ ਕਿ 21 ਫਰਵਰੀ ਤੋਂ ਪਹਿਲਾਂ ਹੀ ਉਹਨਾਂ ਨੇ 19 ਫਰਵਰੀ ਨੂੰ ਗਦਰ ਕਰਨ ਦੀ ਪਲੈਨਿੰਗ ਕਰ ਲਈ। ਇਹ ਵੀ ਜਾ ਕੇ ਸੂਚਨਾ ਉਸ ਗੱਦਾਰ ਨੇ ਅੰਗਰੇਜ਼ੀ ਅਫਸਰਾਂ ਨੂੰ ਦੇ ਦਿੱਤੀ। ਉਸ ਦੇ ਗਦਰੀ ਨੇਤਾਵਾਂ ਦੇ ਗੁਪਤ ਠਿਕਾਣਿਆਂ ਤੇ ਲੁਕਵੀਆਂ ਥਾਵਾਂ ਤੇ ਛਾਪੇ ਮਾਰ ਕੇ ਬਹੁਤ ਸਾਰੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਕਿਉਂਕਿ ਉਹਨੇ ਦੱਸ ਦਿੱਤਾ ਸੀ ਕਿ ਕਿਹੜਾ ਮੈਂਬਰ ਕਿੱਥੇ ਛੁਪਿਆ ਹੋਇਆ ਆ। ਤੇ ਪੁਲਿਸ ਦੇ ਜਿਹੜੇ ਅਫਸਰ ਸੀ, ਅੰਗਰੇਜ਼ੀ ਅਫਸਰ, ਉਹਨਾਂ ਨੇ ਛਾਪੇ ਮਾਰ ਕੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ। ਇਸ ਤਰ੍ਹਾਂ ਗਦਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਦੇਸ਼ ਧਰੋਹੀ ਕਰਕੇ ਇਹ ਗਦਰ ਅਸਫਲ ਹੋ ਗਿਆ। ਇਸ ਲਹਿਰ ਨੂੰ ਆਖਰੀ ਝਟਕਾ ਉਦੋਂ ਲੱਗਾ ਜਦੋਂ 2 ਮਾਰਚ 1915 ਨੂੰ ਕਰਤਾਰ ਸਿੰਘ ਅਤੇ 23 ਮਾਰਚ 1915 ਨੂੰ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜੋ ਕਿ ਉਹਨਾਂ ਦੇ ਇਸ ਟੀਮ ਦੇ ਮੈਂਬਰ ਸਨ। ਗ੍ਰਿਫਤਾਰੀ ਮਗਰੋਂ ਕਰਤਾਰ ਸਿੰਘ ਨੂੰ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ ਲਿਆਂਦਾ ਗਿਆ। ਗ੍ਰਿਫਤਾਰ ਕਰਕੇ ਤੇ ਉਹਦੇ ਉੱਪਰ ਇਲਜ਼ਾਮ ਕਿਹੜੇ ਲਗਾਏ ਗਏ? ਉਹਦੇ ਉੱਪਰ ਇਲਜ਼ਾਮ ਲੱਗਾ ਕਿ ਉਹ ਇੰਗਲੈਂਡ ਦੇ ਬਾਦਸ਼ਾਹ ਵਿਰੁੱਧ ਯੁੱਧ ਛੇੜਿਆ, ਉਸਨੇ ਛੇੜਨ ਦੀ ਗਲਤੀ ਕੀਤੀ ਆ। ਤੇ ਦੂਜਾ ਉਹਦੇ ਉੱਪਰ ਇਹ ਇਲਜ਼ਾਮ ਲਗਾਇਆ ਕਿ ਇਹ ਅੰਗਰੇਜ਼ੀ ਰਾਜ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕਰ ਰਿਹਾ ਆ। 2 ਇਲਜ਼ਾਮ ਲਗਾ ਦਿੱਤੇ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਤੇ ਵਿਸ਼ਨੂੰ ਗਣੇਸ਼ ਪਿੰਗਲੇ ਤੇ। ਇਹ 2 ਇਲਜ਼ਾਮ ਲਗਾ ਕੇ ਉਹਨਾਂ ਤੇ ਮੁਕੱਦਮਾ ਚਲਾਇਆ ਗਿਆ। ਕਰਤਾਰ ਸਿੰਘ ਨੇ ਨਾ ਤਾਂ ਆਪਣੀ ਕੋਈ ਸਫਾਈ ਪੇਸ਼ ਕੀਤੀ, ਨਾ ਹੀ ਅਦਾਲਤ ਦੇ ਵੱਲੋਂ ਨਿਯਤ ਕੀਤੇ ਵਕੀਲ ਨੂੰ ਕੁਝ ਕਹਿਣ ਲਈ ਦਿੱਤਾ, ਠੀਕ ਹੈ। ਨਾ ਉਹਨੇ ਆਪਣੀ ਕੋਈ ਸਫਾਈ ਨਹੀਂ ਪੇਸ਼ ਕੀਤੀ ਅਦਾਲਤ ਵਿੱਚ, ਤੇ ਨਾ ਹੀ ਉਹਨਾਂ ਆਪਣੇ ਵਾਸਤੇ ਕੋਈ ਵਕੀਲ ਕੀਤਾ। ਉਹ ਅਦਾਲਤ ਵਿੱਚ ਅਕਸਰ ਕਿਹਾ ਕਰਦਾ ਸੀ ਕਿ ਮੈਨੂੰ ਫਾਂਸੀ ਦਿਓ ਤਾਂ ਕਿ ਮੈਂ ਜਨਮ ਲੈ ਕੇ ਆਪਣੇ ਅਧੂਰੇ ਕੰਮ ਨੂੰ ਪੂਰਾ ਕਰ ਸਕਾਂ, ਕਿ ਜੇ ਇਸ ਜਨਮ ਵਿੱਚ ਨਹੀਂ ਤਾਂ ਮੈਂ ਮਰ ਕੇ। ਉਹਦੀ ਮੈਂਟੈਲਿਟੀ ਇਦਾਂ ਦੀ ਹੋ ਚੁੱਕੀ ਸੀਗੀ, ਉਹਦੀ ਸੋਚ ਜਿਹੜੀ ਸੀ ਇਹ ਹੋ ਚੁੱਕੀ ਸੀ ਕਿ ਜੇ ਮੈਂ ਮਰ ਵੀ ਜਾਣਾ ਆ ਤੇ ਮੈਂ ਜਨਮ ਲੈ ਕੇ ਅਗਲਾ ਜਨਮ ਲੈ ਕੇ ਫਿਰ ਇਸ ਦੇਸ਼ ਦੀ ਸੇਵਾ ਦੇ ਵਾਸਤੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਪੂਰਾ ਜ਼ਿੰਮਾ ਚੁੱਕਣਾ ਚਾਹੁੰਦਾ ਆ। ਉਸਨੇ ਸਰਕਾਰ ਵੱਲੋਂ ਲਗਾਏ ਸਾਰੇ ਦੋਸ਼ ਕਬੂਲ ਕਰ ਲਏ। ਉਹ ਚਾਹੁੰਦਾ ਸੀ ਕਿ ਮੈਨੂੰ ਸਰਕਾਰ ਫਾਂਸੀ ਦੇਵੇ। ਉਸਨੇ ਦੋਸ਼ ਕਬੂਲ ਕਰ ਲਏ ਤੇ ਕਿਹਾ ਕਿ ਜੋ ਕੀਤਾ ਉਹ ਆਪਣੇ ਦੇਸ਼ ਨੂੰ ਤੁਹਾਡੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਕੀਤਾ ਆ। ਮੈਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਹੈਗਾ। ਗੋਰੀ ਸਰਕਾਰ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਟ੍ਰਿਬਿਊਨਲ ਨੇ ਉਸਨੂੰ ਸਭ ਤੋਂ ਵੱਧ ਖਤਰਨਾਕ ਇਨਕਲਾਬੀ ਕਰਾਰ ਦਿੰਦੇ ਹੋਏ, ਉਹਨਾਂ ਨੇ ਕਿਹਾ ਸੀ, ਜਦੋਂ ਉਹਨਾਂ ਦੀ ਜਿਹੜੀ ਜੱਜਾਂ ਦੀ ਕਮੇਟੀ ਸੀਗੀ, ਉਹਨਾਂ ਨੇ ਸਭ ਤੋਂ ਵੱਧ ਖਤਰਨਾਕ ਜਿਹੜਾ ਇਨਕਲਾਬੀ ਉਹਨੂੰ ਸਾਬਿਤ ਕੀਤਾ। ਸਾਬਿਤ ਕਰਦੇ ਹੋਏ 13 ਦਸੰਬਰ 1915 ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਤੇ ਕਰਤਾਰ ਸਿੰਘ ਸਰਾਭਾ ਨੂੰ 16 ਨਵੰਬਰ 1915 ਨੂੰ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ। ਸੋ ਇਸ ਤਰ੍ਹਾਂ ਉਹਨਾਂ ਨੂੰ ਬਿਨਾਂ ਗਦਰ ਕੀਤੇ ਹੋਏ ਸਿਰਫ 2 ਇਲਜ਼ਾਮ ਲਗਾ ਕੇ ਉਸ ਤੇ ਮੁਕੱਦਮਾ ਚਲਾ ਦਿੱਤਾ ਗਿਆ ਤੇ ਉਸਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਸੋ ਫਿਰ ਵੀ ਉਹਦੇ ਮਨ ਦੇ ਵਿੱਚ ਇੱਕ ਜਜ਼ਬਾ ਸੀਗਾ, ਬਹੁਤ ਹੀ ਘੱਟ ਉਮਰ ਦਾ ਹੋਣ ਕਰਕੇ ਉਹਦੇ ਮਨ ਦੇ ਵਿੱਚ ਇੱਕ ਜਜ਼ਬਾ ਸੀਗਾ ਕਿ ਜੇ ਮੈਂ ਮਰ ਵੀ ਜਾਣਾ ਆ, ਜੇ ਮੈਂ ਸ਼ਹੀਦ ਵੀ ਹੋ ਜਾਣਾ ਆ, ਫਿਰ ਵੀ ਉਹਦੀ ਇੱਕੋ ਇੱਛਾ ਸੀ ਕਿ ਅਗਲੇ ਜਨਮ ਦੇ ਵਿੱਚ, ਇਨਸਾਨੀ ਜਨਮ ਦੇ ਵਿੱਚ ਆ ਕੇ ਮੈਂ ਫਿਰ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੁੰਦਾ। ਉਹਨੂੰ ਮੌਤ ਦੀ ਕੋਈ ਪਰਵਾਹ ਨਹੀਂ ਸੀਗੀ, ਕੋਈ ਡਰ ਨਹੀਂ ਸੀਗਾ ਉਸਨੂੰ ਮੌਤ ਦਾ, ਠੀਕ ਹੈ ਬੇਟਾ। ਇਹ ਸੀਗਾ ਚੈਪਟਰ ਕਰਤਾਰ ਸਿੰਘ ਸਰਾਭਾ ਤੇ ਇਹਦੀ ਜਿਹੜੀ ਟਿੱਪਣੀ ਆ ਲਾਸਟ ਬਰੀਫ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਕਿ ਡਾਕਟਰ ਹਰਬੰਸ ਸਿੰਘ ਚਾਵਲਾ
ਦਾ ਕਰਤਾਰ ਸਿੰਘ ਸਰਾਭਾ ਬਾਰੇ ਇਹ ਲੇਖ ਬੇਹੱਦ ਖੋਜ ਭਰਪੂਰ ਲੇਖ ਆ। ਇਸ ਲੇਖ ਵਿੱਚ ਉਹਨਾਂ ਨੇ ਸਰਾਭੇ ਦੀ 19 ਸਾਲਾਂ ਦੀ ਛੋਟੀ ਜਿਹੀ ਉਮਰ ਦੇ ਵਿੱਚ ਕੀਤੇ ਬਹਾਦਰੀ ਦੇ ਕਾਰਨਾਮਿਆਂ, ਹੌਸਲੇ, ਆਤਮ ਵਿਸ਼ਵਾਸ ਤੇ ਲਗਨ ਨੂੰ ਦਰਸਾਇਆ ਆ। ਇਨਕਲਾਬ ਉਹਦੇ ਖੂਨ ਵਿੱਚ ਸੀਗਾ। ਉਹ ਇਨਕਲਾਬ ਲਈ ਜੀਆ ਤੇ ਸ਼ਹੀਦ ਹੋ ਗਿਆ। ਗਦਰ ਲਹਿਰ ਦੇ ਆਗੂਆਂ ਵਿੱਚੋਂ ਕੋਈ ਸ਼ਾਇਦ ਹੀ ਉਹਦੇ ਵਾਂਗ ਇੱਕ ਨਾਇਕ ਬਣ ਕੇ ਉੱਭਰਿਆ ਹੋਵੇ। ਉਹ ਗਦਰ ਲਹਿਰ ਦਾ ਸਰੀਰ ਵੀ ਸੀ ਤੇ ਉਹਦੀ ਆਤਮਾ ਵੀ ਸੀ। ਤੇ ਸਰਾਭੇ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅਨੇਕਾਂ ਨੌਜਵਾਨਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਲਈ ਜਾਨਾਂ ਵਾਰੀਆਂ ਅਤੇ ਭਗਤ ਸਿੰਘ ਤੇ ਸਰਾਭੇ ਦੀ ਵੀ ਸ਼ਹੀਦੀ ਦਾ ਡੂੰਘਾ ਅਸਰ ਸੀਗਾ। ਇਸ ਤੋਂ ਪਹਿਲਾਂ ਭਗਤ ਸਿੰਘ ਦੀ ਸ਼ਹੀਦੀ ਹੋ ਚੁੱਕੀ ਸੀ ਤੇ ਭਗਤ ਸਿੰਘ ਦੀ ਫੋਟੋ ਉਹ ਹਮੇਸ਼ਾ ਆਪਣੀ ਜੇਬ ਦੇ ਵਿੱਚ ਰੱਖਦਾ ਹੁੰਦਾ ਸੀਗਾ। ਠੀਕ ਹੈ ਬੇਟਾ, ਇਹਨੂੰ ਚੈਪਟਰ ਨੂੰ ਦੁਬਾਰਾ ਇੱਕ ਵਾਰੀ ਫਿਰ ਤੋਂ ਪੜ੍ਹਨਾ।